सत श्री अकाल जी। मैं डॉक्टर मनदीप कौर, पंजाबी विभाग, हंसराज महिला महाविद्यालय जलंधर। ਅੱਜ ਅਸੀਂ MA ਸਮੈਸਟਰ ਤੀਜਾ ਦੇ ਸਿਲੇਬਸ ਦਾ ਹਿੱਸਾ ਪ੍ਰੋਫੈਸਰ ਪੂਰਨ ਸਿੰਘ ਜੀਵਨ ਅਤੇ ਰਚਨਾਵਾਂ ਬਾਰੇ ਗੱਲਬਾਤ ਕਰਾਂਗੇ। ਪ੍ਰੋਫੈਸਰ ਪੂਰਨ ਸਿੰਘ ਅਜਿਹੀ ਸ਼ਖਸੀਅਤ ਸਨ ਜਿਹੜੇ ਸਰਬ ਗੁਣ ਸੰਪੰਨ ਸੀਗੇ ਔਰ ਇਹੋ ਜਿਹੇ ਸਰਬ ਗੁਣ ਸੰਪੰਨ ਸ਼ਖਸੀਅਤ ਦੇ ਮਾਲਕ ਬਹੁਤ ਘੱਟ ਨੇ ਜੋ ਇਸ ਦੁਨੀਆ ਦੇ ਉੱਤੇ ਪੈਦਾ ਹੁੰਦੇ ਨੇ। ਨਿਰੰਤਰ ਗਤੀਸ਼ੀਲ ਰਹਿ ਕੇ ਕੁਛ ਕੁ ਸਮੇਂ ਦੇ ਵਿੱਚ ਉਹ ਇੰਨਾ ਜ਼ਿਆਦਾ ਕੰਮ ਕਰ ਗਏ ਕਿ ਹੈਰਾਨੀ ਹੁੰਦੀ ਹੈ ਕਿ ਆਉਣ ਵਾਲੀਆਂ ਨਸਲਾਂ ਨੂੰ ਕਿ ਕੋਈ ਇੰਨੇ ਕੁ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਵੀ ਕਰ ਸਕਦਾ ਹੈ। ਪ੍ਰੋਫੈਸਰ ਸਾਹਿਬ ਲਗਭਗ 50 ਸਾਲ ਇਸ ਮਾਤਲੋਕ ਵਿੱਚ ਰਹੇ ਅਤੇ ਉਹਨਾਂ ਨੇ ਇਕੱਲਿਆਂ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ। ਬੜੇ ਅਲਬੇਲੇ ਕਵੀ ਸੀ, ਵਾਰਤਕਕਾਰ ਸੀ, ਚਿੰਤਕ ਸੀ, ਧਰਮ ਸ਼ਾਸਤਰੀ ਅਤੇ ਵਿਗਿਆਨੀ ਸਨ। ਉਹਨਾਂ ਨੇ ਕਵਿਤਾ ਨੂੰ ਛੰਦ ਦੀ ਕੈਦ ਤੋਂ ਮੁਕਤ ਕੀਤਾ ਸੀ। ਉਹ ਕਹਿੰਦੇ ਸੀ ਕਿ ਜਿਹੜੀ ਛੰਦਾਬੰਦੀ ਹੈ ਇਹ ਨਵਾਬੀ ਜੁੱਤੀ ਦੀ ਕੈਦ ਆ ਔਰ ਕਵੀ ਨੂੰ ਛੰਦ ਦੀ ਜਾਂ ਕੋਈ ਇਹੋ ਜਿਹੀ ਬੰਦਸ਼ ਨਹੀਂ ਹੋਣੀ ਚਾਹੀਦੀ। ਕਵੀ ਤਾਂ ਖੁੱਲ੍ਹ ਮਾਣਦਾ ਹਰ ਸਮੇਂ ਔਰ ਖੁੱਲ੍ਹੇ ਸੁਭਾਅ ਦੇ ਨਾਲ ਆਪਣੇ ਮਨ ਵਿੱਚ ਆਇਆ ਵਲਵਲਿਆਂ ਨੂੰ ਕਾਵ ਰੂਪ ਦੇ ਵਿੱਚ ਪ੍ਰਗਟ ਕਰਦਾ। ਵਾਰਤਕ ਲਿਖਦਿਆਂ ਕਵਿਤਾ ਵਾਲਾ ਰੰਗ ਭਰ ਕੇ ਅਜਿਹਾ ਸਾਹਿਤ ਰਚਿਆ ਕਿ ਉਹ ਸਾਹਿਤ ਸਦੀਵੀ ਹੋ ਨਿਬੜਿਆ। ਜਿਵੇਂ ਅਸੀਂ ਉਹਨਾਂ ਦੇ ਖੁੱਲ੍ਹੇ ਲੇਖ ਜਿਹੜੀਆਂ ਕਵਿਤਾਵਾਂ ਵਾਰਤਕ ਦਾ ਭਾਗ ਹੈ ਖੁੱਲ੍ਹੇ ਲੇਖ, ਉਹਨੂੰ ਅਸੀਂ ਪੁਸਤਕ ਨੂੰ ਦੇਖ ਸਕਦੇ ਹਾਂ। ਸਾਹਿਤ ਨੂੰ ਲੌਕਿਕ ਪੱਧਰ 'ਤੇ ਲਿਆਉਣ ਅਤੇ ਸੌੜੀਆਂ ਧਾਰਮਿਕ ਵਲਗਣਾਂ ਵਿੱਚੋਂ ਕੱਢਣ ਦਾ ਕੰਮ ਪ੍ਰੋਫੈਸਰ ਸਾਹਿਬ ਨੇ ਕੀਤਾ ਔਰ ਉਹਨਾਂ ਦੀ ਨਿਗਾਹ ਵਿੱਚ ਪੰਜਾਬੀ ਸਨ, ਸਿੱਖ ਸਨ। ਉਹਨਾਂ ਨੇ ਜੋ ਲਿਖਿਆ ਇਸ ਲਈ ਲਿਖਿਆ ਕਿ ਉਹ ਸਿਰਫ ਇੱਕ ਭਾਸ਼ਾ ਦੇ ਵਿੱਚ ਮਹਾਰਤ ਨਹੀਂ ਸੀ ਰੱਖਦੇ, ਉਹ ਪੰਜਾਬੀ ਵਿੱਚ ਵੀ ਮਹਾਰਤ ਰੱਖਦੇ ਸੀ, ਅੰਗਰੇਜ਼ੀ ਦੇ ਵੀ ਉਹ ਤਗੜੇ ਵਿਦਵਾਨ ਸੀ। ਉਹਨਾਂ ਨੇ ਅੰਗਰੇਜ਼ੀ ਸਾਹਿਤ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪੜ੍ਹਿਆ ਔਰ ਉਹਨਾਂ ਨੇ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਦਰਵੇਸ਼ਾਂ, ਸਾਧੂਆਂ, ਵਿਦਵਾਨਾਂ ਆਦਿ ਬਾਰੇ ਇੰਨੀ ਰੂਹ ਨਾਲ ਲਿਖਿਆ ਕਿ ਉਹਨਾਂ ਦੀਆਂ ਪੁਸਤਕਾਂ ਇੰਗਲੈਂਡ ਵਿੱਚ ਵੀ ਛਪੀਆਂ ਔਰ ਸਮਕਾਲੀ ਪੱਛਮੀ ਵਿਦਵਾਨ ਵੀ ਉਹਨਾਂ ਦੀ ਉਪਮਾ ਕਰਦੇ ਸੀ, ਉਹਨਾਂ ਦੀ ਪ੍ਰਸ਼ੰਸਾ ਕਰਦੇ ਸੀ। ਪ੍ਰੋਫੈਸਰ ਸਾਹਿਬ ਨੇ ਬਹੁਤ ਸਾਰੇ ਵਿਦਵਾਨ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਔਰ ਟੋਲਸਟਾਏ, ਐਮਰਸਨ, ਵਾਲਟ ਵਿਟਮੈਨ, ਕਾਰਲਾਈਲ ਆਦਿ ਵਿਸ਼ਵ ਪ੍ਰਸਿੱਧ ਲੇਖਕਾਂ ਨੂੰ ਪੰਜਾਬੀਆਂ ਨਾਲ ਅਨੁਵਾਦ ਦੁਆਰਾ ਮਿਲਾਇਆ। ਔਰ ਪ੍ਰੋਫੈਸਰ ਸਾਹਿਬ ਦਾ ਜਨਮ ਸਰਦਾਰ ਕਰਤਾਰ ਸਿੰਘ ਕਾਨੂੰਗੋ ਦੇ ਘਰ ਵਿੱਚ 17 ਫਰਵਰੀ 1881 ਨੂੰ ਐਬਟਾਬਾਦ ਨੇੜੇ ਸਲਹੱਡ ਨਾਂ ਦੇ ਪਿੰਡ ਵਿੱਚ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਪਰਮਾ ਦੇਵੀ ਔਰ ਬਹੁਤ ਹੀ ਉੱਚ ਆਚਰਣ, ਸਾਹਿਸ ਅਤੇ ਸਿਆਣਪ ਦਾ ਜਿਹੜਾ ਪ੍ਰਭਾਵ ਸੀ ਪ੍ਰੋਫੈਸਰ ਪੂਰਨ ਸਿੰਘ 'ਤੇ ਕਿਤੇ ਨਾ ਕਿਤੇ ਉਹਨਾਂ ਦੇ ਮਾਪਿਆਂ ਦੁਆਰਾ ਉਹਨਾਂ ਦੇ ਉੱਪਰ ਇਹ ਚੀਜ਼ ਦਾ ਅਸਰ ਹੋਇਆ। ਪਿਤਾ ਜੀ ਦੀਆਂ ਅਕਸਰ ਹੁੰਦੀਆਂ ਬਦਲੀਆਂ ਕਰਕੇ ਉਹ ਗੰਧਾਰ ਦੇਸ਼ ਦੇ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਯਾਤਰਾਵਾਂ ਕੀਤੀਆਂ, ਘੁੰਮੇ ਫਿਰੇ ਔਰ ਆਪ 1886 ਵਿੱਚ ਹਵੇਲੀਆਂ ਨਾਂ ਦੇ ਪਿੰਡ ਵਿੱਚ ਆ ਕੇ ਵਸੇ ਔਰ ਉੱਥੇ ਉਹਨਾਂ ਨੇ ਗੁਰਦੁਆਰੇ ਦੇ ਗ੍ਰੰਥੀ ਪਾਸੋਂ ਗੁਰਮੁਖੀ ਵੀ ਸਿੱਖੀ, ਮਸੀਤ ਦੇ ਮੌਲਵੀ ਕੋਲੋਂ ਫਾਰਸੀ ਵੀ ਸਿੱਖੀ ਔਰ ਸਾਰਾ ਪਰਿਵਾਰ 1890 ਵਿੱਚ ਹਰੀਪੁਰ ਆ ਜਾਂਦਾ ਹੈ। ਫਿਰ ਉੱਥੇ ਆਪ ਨੇ ਐਂਗਲੋ ਮਿਡਲ ਸਕੂਲ ਵਿੱਚ ਦਾਖਲਾ ਲਿਆ। ਮਿਡਲ ਪਾਸ ਕਰਕੇ ਮਿਸ਼ਨ ਸਕੂਲ ਰਾਵਲਪਿੰਡੀ ਚਲੇ ਗਏ। ਫਿਰ 1895 ਵਿੱਚ 10ਵੀਂ ਪਾਸ ਕੀਤੀ। ਫਿਰ DAV ਕਾਲਜ ਲਾਹੌਰ ਦੇ ਵਿੱਚ ਉਚੇਰੀ ਪੜ੍ਹਾਈ ਦੇ ਲਈ ਦਾਖਲਾ ਲਿਆ। 4 ਕੁ ਸਾਲ ਉੱਥੇ ਪੜ੍ਹੇ। ਜਾਪਾਨ ਜਾਣ ਦਾ ਮੌਕਾ ਮਿਲਿਆ ਅਤੇ 1900 ਵਿੱਚ ਟੋਕੀਓ ਪਹੁੰਚੇ ਅਤੇ ਇੰਪੀਰੀਅਲ ਯੂਨੀਵਰਸਿਟੀ ਵਿੱਚ ਫਾਰਮਾਸਿਊਟੀਕਲ ਕੈਮਿਸਟਰੀ ਦੀ ਪੜ੍ਹਾਈ ਕੀਤੀ ਅਤੇ ਜਰਮਨ ਔਰ ਜਾਪਾਨੀ ਭਾਸ਼ਾਵਾਂ ਵੀ ਉਹਨਾਂ ਨੇ ਇੱਥੋਂ ਰਹਿ ਕੇ ਸਿੱਖੀਆਂ। ਜਿਵੇਂ ਕਿ ਅਸੀਂ ਦੇਖਦੇ ਕਿ ਵਿੱਦਿਆ ਦੇ ਖੇਤਰ ਵਿੱਚ ਵੀ ਜੇ ਦੇਖੀਏ ਤਾਂ ਉਹਨਾਂ ਕੋਲ ਮੁਹਾਰਤ ਹੈਗੀ ਸੀ। ਉਹ ਸਾਹਿਤ ਨਾਲ ਵੀ ਜੁੜੇ ਹੋਏ ਸੀ, ਵਿਗਿਆਨ ਦੇ ਨਾਲ ਵੀ ਜੁੜੇ ਹੋਏ ਸੀ ਔਰ ਸਿਰਫ ਇੱਕ ਭਾਸ਼ਾ ਦੇ ਨਾਲ ਨਹੀਂ ਬਲਕਿ ਕਈ ਭਾਸ਼ਾਵਾਂ ਦੇ ਵਿੱਚ ਪੰਜਾਬੀ, ਅੰਗਰੇਜ਼ੀ, ਜਾਪਾਨੀ, ਜਰਮਨੀ ਕਈ ਭਾਸ਼ਾਵਾਂ ਦੇ ਵਿੱਚ ਮੁਹਾਰਤ ਰੱਖਦੇ ਸੀ। ਆਪ ਨੇ ਜਾਪਾਨ ਵਿੱਚ ਬੁੱਧ ਧਰਮ ਦੀ ਸ਼ਾਨ ਦੇਖੀ ਔਰ ਬੁੱਧ ਧਰਮ ਤੋਂ ਇੰਨੇ ਪ੍ਰਭਾਵਿਤ ਹੋ ਗਏ, ਬੁੱਧ ਭਿਕਸ਼ੂਆਂ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋ ਗਏ ਕਿ ਘੋਨ ਮੋਨ ਜਿਹੇ ਹੋ ਕੇ ਵੈਰਾਗ ਅਵਸਥਾ ਦੇ ਵਿੱਚ ਬੋਧੀ ਬਣ ਗਏ ਔਰ ਜਦੋਂ ਬੋਧੀ ਮੰਦਰ ਦੇ ਪੁਜਾਰੀ ਨੇ ਆਪ ਨੂੰ ਬੋਧੀ ਮੰਦਰ ਜਾਗੀਰ ਜਾਇਦਾਦ ਗ੍ਰਹਿਣ ਕਰਨ ਲਈ ਕਿਹਾ ਅਤੇ ਇਹ ਆਜ਼ਾਦ ਤਬੀਅਤ ਅਤੇ
ਖੁੱਲ੍ਹੀ ਸ਼ਖਸੀਅਤ ਦਾ ਮਾਲਿਕ ਪ੍ਰੋਫੈਸਰ ਪੂਰਨ ਸਿੰਘ ਇਸ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕਰਦਾ। ਜਾਪਾਨ ਵਿੱਚ ਵੀ ਇਹਨਾਂ ਦਾ ਬਹੁਤ ਮਾਣ ਸਤਿਕਾਰ ਸੀ ਔਰ ਆਪ ਦਾ ਮਾਣ ਸਤਿਕਾਰ ਜਦੋਂ ਵਧਣ ਲੱਗਾ ਤਾਂ ਓਰੀਐਂਟਲ ਕਲੱਬ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਆਜ਼ਾਦੀ ਬਾਰੇ ਆਪ ਦੇ ਕਈ ਲੈਕਚਰ ਕਰਵਾਏ ਗਏ। ਜਾਪਾਨ ਦੇ ਮਹਾਨ ਫਿਲਾਸਫਰ ਓਕਾਕੂਰਾ ਨੇ ਆਪ ਨੂੰ ਆਪਣੇ ਘਰ ਬੁਲਾਇਆ। ਉਹ ਇੰਨਾ ਪ੍ਰਭਾਵਿਤ ਹੋਇਆ ਕਿ ਪੱਕਾ ਦੋਸਤ ਬਣ ਗਿਆ ਔਰ ਜਾਪਾਨ ਦੇ ਵਿੱਚ ਵੀ ਬਹੁਤ ਸਾਰੇ ਵਿਦਵਾਨ ਸੀ ਜਿਹੜੇ ਕਿ ਪ੍ਰੋਫੈਸਰ ਸਾਹਿਬ ਦੇ ਨਿਕਟਵਰਤੀ ਸੀ ਜਾਂ ਬਹੁਤ ਵਧੀਆ ਦੋਸਤ ਸੀਗੇ। ਆਪ ਨੇ ਹਿੰਦੁਸਤਾਨੀ ਜਾਪਾਨੀ ਕਲੱਬ ਬਣਾਈ ਅਤੇ ਕਾਫੀ ਮਹੱਤਵਪੂਰਨ ਕੰਮ ਵੀ ਕੀਤੇ। ਫਿਰ ਇੱਕ ਇਸ ਕਲੱਬ ਦੇ ਦਫ਼ਤਰ ਵਿੱਚ ਸਵਾਮੀ ਰਾਮ ਤੀਰਥ ਜੀ ਆਉਂਦੇ ਆ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਪਹਿਰਾਵੇ ਨੂੰ ਦੇਖ ਕੇ, ਉਹਨਾਂ ਦੀ ਜੀਵਨ ਜਾਂਚ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਆ ਅਤੇ ਵੇਦਾਂਤੀ ਭੇਖ ਧਾਰਨ ਕਰ ਲੈਂਦੇ ਆ। ਗੇਰੂਏ ਬਸਤਰ ਪਹਿਨ ਕੇ ਲੈਬੋਰਟਰੀ ਵਿੱਚ ਕੈਮਿਸਟਰੀ ਦੇ ਪ੍ਰਯੋਗ ਵੀ ਕਰਦੇ ਆ ਅਤੇ ਉਹਨਾਂ ਨੇ ਗੇਰੂਏ ਬਸਤਰ ਧਾਰਨ ਕਰਕੇ ਪ੍ਰਯੋਗ ਵੀ ਕਰਦੇ ਆ ਅਤੇ ਨਾਲ ਹੀ ਭਾਰਤ ਦੀ ਆਜ਼ਾਦੀ ਅਤੇ ਪ੍ਰਚਾਰ ਲਈ ਅਤੇ ਭਾਰਤੀ ਦਰਸ਼ਨ ਸੰਸਕ੍ਰਿਤੀ ਬਾਰੇ ਜਾਣਕਾਰੀ ਦੇਣ ਦੇ ਲਈ ਇੱਕ ਥੰਡਰਿੰਗ ਡਾਨ ਨਾਂ ਦਾ ਮੈਗਜ਼ੀਨ ਕੱਢਿਆ ਅਤੇ ਜਿਹਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਅੱਛੀਆਂ ਰਚਨਾਵਾਂ ਜਿਹੜੀਆਂ ਸੀ ਉਹ ਛਪਦੀਆਂ ਸੀ। 1903 ਵਿੱਚ ਜਦੋਂ ਪਰਿਵਾਰ ਨੂੰ ਮਿਲਦੇ ਆ ਅਤੇ ਬਿਲਕੁਲ ਸੰਨਿਆਸੀ ਰੂਪ ਵਿੱਚ ਮਿਲਦੇ ਆ। ਪਰਿਵਾਰ ਉਹਨਾਂ ਨੂੰ ਇਸ ਰੂਪ ਵਿੱਚ ਦੇਖ ਕੇ ਬਹੁਤ ਹੈਰਾਨ ਵੀ ਹੋ ਜਾਂਦਾ ਅਤੇ ਕਿਤੇ ਨਾ ਕਿਤੇ ਪਰੇਸ਼ਾਨ ਵੀ ਹੋ ਜਾਂਦਾ। ਫਿਰ ਆਪ ਆਪਣੀ ਮਾਤਾ ਦੇ ਨਾਲ ਅਹਿਮਦਾਬਾਦ ਆ ਜਾਂਦੇ ਆ। ਛੋਟੀ ਭੈਣ ਗੰਗਾ ਅੰਤਿਮ ਸਵਾਸਾਂ 'ਤੇ ਸੀ ਅਤੇ ਉਹ ਅਖੀਰ ਵਿੱਚ ਜਦੋਂ ਪ੍ਰੋਫੈਸਰ ਸਾਹਿਬ ਉਹਨਾਂ ਨੂੰ ਪੁੱਛਦੇ ਕਿ ਤੇਰੀ ਕੋਈ ਚਾਹਤ ਹੋਵੇ ਆਖਰੀ ਜਿਹੜੀ ਮੈਂ ਪੂਰੀ ਕਰ ਸਕਦਾ ਹੋਵਾਂ, ਅਤੇ ਉਹ ਭੈਣ ਅੱਗਿਓਂ ਕਹਿੰਦੀ ਆ ਕਿ ਜਿਹੜੀ ਕੁੜੀ ਦੇ ਨਾਲ ਪਿਤਾ ਜੀ ਤੈਨੂੰ ਮੰਗਣਾ ਚਾਹੁੰਦੇ ਆ, ਵਿਆਹੁਣਾ ਚਾਹੁੰਦੇ ਆ, ਤੂੰ ਉਹਨਾਂ ਦੇ ਨਾਲ ਵਿਆਹ ਕਰ ਲਾ। ਅਤੇ ਫਿਰ ਇੰਨਾ ਕਹਿ ਕੇ ਉਹ ਖਤਮ ਹੋ ਜਾਂਦੀ ਆ, ਮੌਤ ਨੂੰ ਗਲੇ ਲਗਾ ਲੈਂਦੀ ਆ। ਭੈਣ ਦੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲਈ, ਉਸ ਦੀ ਚਾਹਤ ਨੂੰ ਪੂਰਾ ਕਰਨ ਦੇ ਲਈ 1904 ਦੇ ਵਿੱਚ ਮਾਇਆ ਦੇਵੀ ਨਾਲ ਇਹਨਾਂ ਦਾ ਵਿਆਹ ਹੁੰਦਾ ਆ ਔਰ ਫਿਰ ਆਪ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਕਾਲਜ ਲਾਹੌਰ ਦੇ ਪ੍ਰਿੰਸੀਪਲ ਨਿਯੁਕਤ ਹੁੰਦੇ ਆ। 1906 ਤੱਕ ਉੱਥੇ ਰਹਿੰਦੇ ਆ। 7 ਵਿੱਚ ਦੇਹਰਾਦੂਨ ਵਿਖੇ ਸਰਕਾਰ ਦੇ ਫੋਰੈਸਟ ਰਿਸਰਚ ਇੰਸਟੀਚਿਊਟ ਵਿੱਚ ਰਸਾਇਣੀ ਸਲਾਹਕਾਰ ਲੱਗ ਜਾਂਦੇ ਆ ਅਤੇ ਇੱਥੇ ਆਪ ਦੀ ਸਾਂਝ ਲਾਲਾ ਹਰਦਿਆਲ ਅਤੇ ਡਾਕਟਰ ਖੁੱਦਾ ਦਾਦ ਨਾਲ ਬਣੀ ਜੋ ਅੰਤ ਤੱਕ ਨਿਭਦੀ ਹੈ। ਫਿਰ 1912 ਦੇ ਵਿੱਚ ਜਦੋਂ ਸਿਆਲਕੋਟ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਜਾਂਦੇ ਆ ਅਤੇ ਉੱਥੇ ਜਦੋਂ ਭਾਈ ਵੀਰ ਸਿੰਘ ਹੋਰਾਂ ਨੂੰ ਮਿਲਦੇ ਆ ਤਾਂ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦੇ ਆ। ਉਹ ਆਪਣੇ ਵੇਦਾਂਤੀ ਜੀਵਨ ਨੂੰ ਛੱਡ ਕੇ ਫਿਰ ਉਹ ਗੁਰਮਤ ਦੇ ਪਾਸੇ ਆ ਜਾਂਦੇ ਆ, ਸਿੰਘ ਸੱਜ ਜਾਂਦੇ ਆ ਅਤੇ ਸਿੱਖੀ ਅੰਤ ਤੱਕ ਕੇਸਾਂ ਸਵਾਸਾਂ ਦੇ ਨਾਲ ਨਿਭਾਉਂਦੇ ਆ। ਉਹਨਾਂ ਨੇ ਬੁੱਧ ਧਰਮ, ਵੇਦਾਂਤ ਦਾ, ਇਹਨਾਂ ਵਿਸ਼ਵ ਦਰਸ਼ਨ ਦਾ ਡੂੰਘਾ ਅਧਿਐਨ ਵੀ ਕੀਤਾ ਅਤੇ ਆਪ ਇੰਨੀ ਸ਼ਿੱਦਤ ਨਾਲ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਕਿ ਖਾਲਸਾ ਮੇਰੋ ਰੂਪ ਹੈ ਖਾਸ ਹੀ ਹੋ ਗਏ। ਕਈ ਸਾਲ ਉਹਨਾਂ ਨੇ ਕਈ ਥਾਵਾਂ 'ਤੇ ਨੌਕਰੀ ਕੀਤੀ, ਪਟਿਆਲੇ, ਗਵਾਲੀਅਰ, ਪਰ ਆਪ ਜਿਹੇ ਦਰਵੇਸ਼ ਨੂੰ ਦੁਨੀਆਦਾਰਾਂ ਵਾਲੀਆਂ ਚੁਸਤੀਆਂ ਅਤੇ ਗੰਢ ਧੁੱਪ ਕਰਨੀਆਂ ਨਹੀਂ ਸੀ ਆਉਂਦੀਆਂ। ਸੋ ਆਪ ਨੇ ਜੜ੍ਹਾਂ ਵਾਲੇ ਮੁਰੱਬੇ ਲੈ ਕੇ ਰੋਸ਼ਾ ਗ੍ਰਾਸ ਬੀਜ ਕੇ ਤੇਲ ਕੱਢਣ ਦੀ ਸਕੀਮ ਬਣਾਈ। ਰੱਬ ਦੀ ਕਰਨੀ ਦੇਖੋ, ਹੜ੍ਹ ਆਇਆ, ਸਾਰਾ ਘਾਹ ਨਸ਼ਟ ਹੋ ਗਿਆ, ਸਾਰਾ ਕੁਝ ਖਤਮ ਹੋ ਜਾਂਦਾ ਅਤੇ ਇਹ ਉਸ ਚੀਜ਼ ਤੋਂ ਦੁਖੀ ਹੋਣ ਦੇ ਬਜਾਏ ਪ੍ਰੋਫੈਸਰ ਸਾਹਿਬ ਕਹਿੰਦੇ ਆ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਆਪ ਪਿਆਰ ਦੇ ਭੁੱਖੇ ਸੀ, ਜਿੱਥੇ ਪਿਆਰ ਮਿਲਦਾ ਬਸ ਉੱਥੇ ਕੁਰਬਾਨ ਹੋ ਜਾਂਦੇ ਸੀ। ਅਖੀਰ ਵਿੱਚ ਆਪ ਨੂੰ TB ਦੀ ਬਿਮਾਰੀ ਲੱਗਦੀ ਹੈ ਜੋ ਲਾ ਇਲਾਜ ਸੀ ਉਸ ਸਮੇਂ। ਆਪ ਬਿਮਾਰੀ ਵੱਲੋਂ ਬੇਪਰਵਾਹ ਨਿਰੰਤਰ ਸਿਰਜਣਾ ਕਰਦੇ ਰਹੇ ਪਰ ਅਖੀਰ ਸਮੇਂ 'ਚ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੇ ਆ। ਬਿਮਾਰੀ ਅਤੇ ਮੌਤ, ਇਹ ਦੋਨਾਂ ਚੀਜ਼ਾਂ ਦੇ ਵਿੱਚ ਵੀ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ, ਨਾਮ ਸਿਮਰਨ ਕਰਦੇ ਸੀ। 31 ਮਾਰਚ 1931 ਨੂੰ ਸਦਾ ਲਈ ਦੇਸ਼ ਛੱਡ ਕੇ ਪਰਮਾਤਮਾ ਦੇ ਮੁਲਕ ਚਲੇ ਜਾਂਦੇ ਆ ਅਤੇ ਇਸ ਖਬਰ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਆ। ਜਦੋਂ ਭਾਈ ਵੀਰ ਸਿੰਘ ਨੂੰ ਪਤਾ ਲੱਗਦਾ ਤਾਂ ਉਹ ਵੀ ਆਪਣੇ ਭਾਵਾਂ ਨੂੰ ਕਾਵਿ ਰੂਪ ਦੇ ਵਿੱਚ ਉਹਨਾਂ ਦੇ ਲਈ ਪੇਸ਼ ਕਰਦੇ ਆ। ਕਹਿੰਦੇ ਆ ਕਿ ਜਦੋਂ ਪ੍ਰੋਫੈਸਰ ਪੂਰਨ ਸਿੰਘ ਗੁਜ਼ਰੇ ਤਾਂ ਪੰਥ ਰਤਨ ਭਾਈ ਸਾਹਿਬ ਰਣਧੀਰ ਸਿੰਘ ਜੀ ਰਕਾਬਗੰਜ ਗੁਰਦੁਆਰੇ ਕੀਰਤਨ ਕਰ ਰਹੇ ਸੀ। ਅਚਾਨਕ ਉਹਨਾਂ ਨੇ ਵਾਜਾ ਛੱਡਿਆ ਅਤੇ ਖੜੋ ਕੇ ਅਰਦਾਸ ਕਰ ਗਏ। ਅਖੰਡ ਕੀਰਤਨ ਚੱਲਦਾ ਰਿਹਾ। ਫਿਰ ਆਪ ਬੈਠ ਕੇ ਕੀਰਤਨ ਆਰੰਭ ਕੀਤਾ। ਉਹਨਾਂ ਨੇ ਭੋਗ ਉਪਰੰਤ ਆਪ ਨੂੰ ਪੁੱਛਿਆ ਤਾਂ ਕਹਿਣ ਲੱਗੇ ਕਿ ਗੁਰੂ ਸਵਾਰੇ ਪ੍ਰੋਫੈਸਰ ਪੂਰਨ ਸਿੰਘ ਦੀ ਰੂਹ ਦਰਗਾਹ ਨੂੰ ਜਾ ਰਹੀ ਸੀ, ਉਸ ਲਈ ਅਰਦਾਸ ਕੀਤੀ ਹੈ। ਆਪ ਨੇ ਦੱਸਿਆ ਅਸੀਂ ਸਰੀਰਕ ਤੌਰ 'ਤੇ ਕਦੇ ਨਹੀਂ ਮਿਲੇ ਪਰ ਰੂਹਾਂ ਦੇ ਮੇਲੇ ਰੋਜ਼ ਹੁੰਦੇ ਸੀ। ਸੋ ਇਹ
ਪ੍ਰੋਫੈਸਰ ਪੂਰਨ ਸਿੰਘ ਦੀ ਆਤਮਿਕ ਵਡਿਆਈ ਦਾ ਇੱਕ ਪ੍ਰਮਾਣ ਹੈ। ਉਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਾ ਜਾਂਦਾ ਆ। ਉਹ ਬਹੁਤ ਭਾਵੁਕ ਵਿਅਕਤੀ ਸੀ, ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਜੁੜੇ ਹੋਏ ਸੀ। ਸਹਿਜ ਸੁਭਾਅ ਔਰ ਰੱਬੀ ਮਿਹਰ ਆਵੇਸ਼ ਵਿੱਚ ਆ ਕੇ ਲਿਖਦੇ ਸੀ, ਭਾਵਾਂ ਦੇ ਵਹਿਣ ਵਿੱਚ ਰਹਿ ਕੇ ਲਿਖਦੇ ਸੀ। ਔਰ ਇਹੀ ਕਾਰਨ ਕਿ ਬੁੱਧੀ ਮੰਡਲਾਂ ਵਿੱਚ ਕੈਦ ਵਿਦਵਾਨ ਇਹਨਾਂ ਦੇ ਸਾਹਿਤ ਦਾ ਪੂਰਾ ਆਨੰਦ ਨਹੀਂ ਮਾਣ ਸਕਦੇ। ਜੋ ਕੁਛ ਉਹਨਾਂ ਨੇ ਲਿਖਿਆ ਉਹ ਪ੍ਰੋਫੈਸਰ ਪੂਰਨ ਸਿੰਘ ਨਾਲ ਅਨਿਆਂ ਹੈ। ਇਹ ਨੁਕਤਾ ਹੋਰ ਹੈ। ਚਲੋ ਇਸ ਬਾਰੇ ਵਿਚਾਰ ਚਰਚਾ ਕਰਨੀ ਜ਼ਰੂਰੀ ਹੈ ਕਿ ਪ੍ਰੋਫੈਸਰ ਸਾਹਿਬ ਨੇ ਜ਼ਿੰਦਗੀ ਵਿੱਚ ਕਈ ਰੰਗ ਦੇਖੇ, ਬੋਧੀ ਬਣੇ, ਸੰਨਿਆਸੀ ਬਣੇ, ਵੇਦਾਂਤੀ ਬਣੇ ਔਰ ਫਿਰ ਮੁੜ ਆਏ ਆਪਣੇ ਆਦ ਧਰਮ ਵਿੱਚ ਸਿੱਖ ਬਣੇ। ਅਜਿਹੇ ਗੁਰੂ ਚਰਨਾਂ ਦੇ ਭੌਰੇ ਬਣੇ ਕਿ ਸਾਰੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਗੁਜ਼ਾਰੀ ਅਤੇ ਜੋ ਲਿਖਿਆ ਉਸ ਦਾ ਕੇਂਦਰ ਬਿੰਦੂ ਸਿੱਖ ਫਲਸਫਾ ਰਿਹਾ। ਗੁਰੂ ਸਾਹਿਬਾਨ ਰਹੇ, ਸਿੱਖ ਰਹੇ, ਗੁਰਬਾਣੀ ਰਹੀ। ਕੌਮ ਲਈ ਚੰਗੇਰੇ ਭਵਿੱਖ ਦਾ ਸੁਪਨਾ ਸਿਰਜਣਾ ਆਪ ਦੀਆਂ ਲਿਖਤਾਂ ਦਾ ਮੀਰੀ ਗੁਣ ਹੈ। ਔਰ ਉਹ ਲਿਖਦੇ ਵੀ ਨੇ, ਉਸਨੂੰ ਮਾਣਦੇ ਵੀ ਨੇ। ਔਰ ਬਹੁਤ ਸਾਰੀਆਂ ਦੇਖੋ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਕਵਿਤਾ, ਵਾਰਤਕ, ਹਿੰਦੀ ਅਨੁਵਾਦ, ਅੰਗਰੇਜ਼ੀ, ਇਹਨਾਂ ਬਹੁਤ ਤਰ੍ਹਾਂ ਦੀਆਂ ਰਚਨਾਵਾਂ ਉਹਨਾਂ ਦੀਆਂ ਮਿਲਦੀਆਂ। ਕਵਿਤਾ ਵਿੱਚ ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਅਸਮਾਨੀ ਰੰਗ, ਵਾਰਤਕ ਵਿੱਚ ਖੁੱਲ੍ਹੇ ਲੇਖ ਅਤੇ ਹੋਰ ਕਈ ਕੁਛ ਮਿਲਦਾ ਹੈ। ਅਨੁਵਾਦ ਵੀ ਮਿਲਦਾ ਹੈ, ਅੰਗਰੇਜ਼ੀ ਦੇ ਵਿੱਚ ਪੁਸਤਕਾਂ ਵੀ ਸਾਨੂੰ ਮਿਲਦੀਆਂ ਨੇ। ਸੋ ਕਿਹਾ ਜਾ ਸਕਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹੜੇ ਬਹੁ ਗੁਣਾਂ ਦੇ ਨਾਲ ਭਰਪੂਰ, ਜਿਨ੍ਹਾਂ ਨੂੰ ਕਿਹਾ ਜਾ ਸਕਦਾ। ਬਹੁਤ ਸ਼ੁਕਰੀਆ ਜੀ, ਧੰਨਵਾਦ।